गौड़ी बरागन एकंकार सतगुर प्रसाद। गौड़ी बरागन रविदास जी की सतयुग सत तेता जगे, द्वापर पूजा चार, तीनों जुग तीनों दड़े, कल केवल नामदार। पार कैसे पाए बोरे, मोस्यो को ना समझाए, जाते आवागवन बलाए राव, बहुविध धर्म न रूपिए, करता दिसे सब लोए, कबन कर्म ते छुटिए, जे साधे सब सिद्ध होए, कर्म अकर्म विचारिए, शंका सुन वेद पुराण, संसार सद हृदय बसे, कौन हिरे अभिमान, बाहर उदक पखारिए, कट पीतर विविध विकार, शुद्ध कबन पर होए बो, सुच कुंचर विद व्यवहार, रवि प्रकाश रजनी जथा, गत जानत सब संसार, पारस मानो तंबो छुए, कनक होत नहीं बार, परम परस गुर भेटिए, पूर्व लिखत ललाट, उन मन 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 ही मिले, छुटकत बजरक पाट, भगत जुगत मत सत करे, ब्रह्म बंधन काट बेकार, सोई बस रस मन मिले, गुण निर्गुण एक विचार, अनेक जतन निग्रह किए, तारी न टरे ब्रह्म फास, प्रेम भगत नहीं उपजे, ताते रविदास उदास, अनेक जतन निग्रह किए, तारी न टरे ब्रह्म फास, प्रेम भगत नहीं उपजे, ताते रविदास उदास। ये शब्द सतगुरु रविदास महाराज जी ने राग गौड़ी बैरागण धन धन श्री गुरु ग्रंथ साहब जी दे विच अंग 346 ते शिशोपत है। सतगुरु रविदास महाराज जी इस शब्द दे विच जीव नूं समझा रहे हैं ਅਤੇ उस समय दे उन्हां पुरोहितां नूं जां जिहड़े धर्म दे ठेकेदार बन बैठे सी उन्हां नूं भी समझा रहे हैं कि जो तुसीं वेदां शस्त्रां नूं दे मुताबिक दस रहे हो, मैनूं कोई ये तां गल समझावो कि इस तो पार किवें होना है, ये जन्म मरण दा चक्कर किवें कट्टे जाना है। क्योंकि उन्हां दे समय दे विच जो हो रहा सी, जिन्हां जिन्हां करीतियां नूं उन्हां ने देखिया, उन्होंने अखों देख के उल्ले नहीं किया, उल्टा उन्होंने विरुद्ध आवाज़ उठाई। और इहो जी आवाज़ उठाई कि चाहे राजे राणियां नूं भी
ਦਰਬਾਰਾਂ ਦੇ ਵਿੱਚ ਬੁਲਾ ਕੇ ਇਹ ਕਹਿਣਾ ਪਿਆ ਕਿ ਤੁਸੀਂ ਇਹ ਕੰਮ ਛੱਡ ਦਿਓ, ਕਿਉਂਕਿ ਇਹ ਸੱਚ ਦਾ ਮਾਰਗ ਉਹ ਛੱਡ ਹੀ ਨਹੀਂ ਸਕਦੇ ਸੀ। ਜਿਹੜੀ ਉਹਨਾਂ ਨੇ ਝੂਠ ਦੇਖਿਆ ਕਿ ਇਹ ਗੱਲ ਗਲਤ ਹੈ, ਉਹਨਾਂ ਨੇ ਮੌਕੇ ਤੇ ਹੀ ਉਹਨੂੰ ਗਲਤ ਦਾ ਖੰਡਨ ਕੀਤਾ, ਕਿਉਂਕਿ ਸੱਚ ਦਾ ਮਾਰਗ ਹੀ ਇਹ ਹੈ ਕਿ ਸੱਚ ਦੇ ਮਾਰਗ ਤੇ ਚਲਦਿਆਂ ਚਲਦਿਆਂ ਜਿਹੜੀ ਵੀ ਰਸਤੇ ਦੇ ਵਿੱਚ ਕੰਡੇ ਹਨ ਉਹਨਾਂ ਨੂੰ ਸਾਫ਼ ਕਰਨਾ ਹੈ। ਦੁਨੀਆ ਨੂੰ ਜੇ ਸਮਝਾਉਣਾ ਹੈ, ਉਹ ਜੇ ਸਮਝਾਉਣ ਲਈ ਆਏ ਸੀ ਤਾਂ ਉਹ ਅੱਖੀਂ ਦੇਖ ਕੇ ਕੰਨੇ ਸੁਣ ਕੇ ਉਹ ਛੱਡ ਨਹੀਂ ਸੀ ਸਕਦੇ ਕਿ ਅਸੀਂ ਇਹ ਗੱਲ ਜੇ ਗਲਤ ਹੈ ਤਾਂ ਅਸੀਂ ਇਸ ਤੋਂ ਕੀ ਲੈਣਾ ਹੈ। ਉਹਨਾਂ ਨੇ ਮੌਕੇ ਤੇ ਹੀ ਜਿੰਨੇ ਵੀ ਭਗਤੀ ਲਹਿਰ ਦੇ ਗੁਰੂ ਹੋਏ ਸਭ ਨੇ ਇਹ ਗੱਲ ਠੋਕ ਵਜਾ ਕੇ ਕਹੀ ਕਿ ਪ੍ਰਮਾਤਮਾ ਇੱਕ ਹੈ, ਸੱਚ ਦਾ ਮਾਰਗ ਇਹ ਹੈ, ਸੱਚ ਦੇ ਮਾਰਗ ਤੇ ਚੱਲਦਿਆਂ ਤੁਸੀਂ ਉਸ ਨੂੰ ਪਾ ਸਕਦੇ ਹੋ। ਪਰ ਜੇਕਰ ਤੁਸੀਂ ਕਹੋ ਕਿ ਇਸ ਪੂਜਾ ਨਾਲ, ਇਸ ਕਰਮਕਾਂਡ ਦੇ ਨਾਲ ਜਾਂ ਇਸ ਪਹਿਰਾਵੇ ਨਾਲ ਜਾਂ ਇਸ ਢੰਗ ਦੇ ਨਾਲ ਉਸ ਨੂੰ ਪਾਇਆ ਜਾ ਸਕਦਾ, ਇਹ ਸਾਰਾ ਕੁਛ ਹੀ ਉਹਨਾਂ ਨੇ ਖੰਡਨ ਕਰ ਦਿੱਤਾ। ਔਰ ਇੱਥੋਂ ਤੱਕ ਵੀ ਹੈ ਕਿ ਚਾਹੇ ਉਹ ਹਿੰਦੂ ਮਤ ਦੇ ਵਿੱਚ ਪੈਦਾ ਹੋਏ, ਚਾਹੇ ਉਹ ਸਿੱਖ ਮਤ ਦੇ ਵਿੱਚ ਪੈਦਾ ਹੋਏ, ਚਾਹੇ ਉਹ ਕਿਸੇ ਵੀ ਫਿਰਕੇ ਦੇ ਵਿੱਚ ਪੈਦਾ ਹੋਏ, ਉਹਨਾਂ ਨੇ ਸੱਚ ਦੇ ਉੱਤੇ ਪਹਿਰਾ ਦਿੱਤਾ, ਕਿਉਂਕਿ ਇਹ ਫਿਰਕੇ ਜਿਹੜੇ ਹੈ ਇਹ ਤਾਂ ਬੰਦਿਆਂ ਦੇ ਬਣਾਏ ਹੋਏ ਆ। ਪਰਮਾਤਮਾ ਵੱਲੋਂ ਕੋਈ ਵੀ ਕਿਸੇ ਫਿਰਕੇ ਦੇ ਵਿੱਚ ਨਹੀਂ ਭੇਜਿਆ ਜਾਂਦਾ। ਇਹ ਤਾਂ ਦੁਨੀਆ ਨੇ ਆਪਣੇ ਆਪਣੇ ਹਿਸਾਬ ਦੇ ਨਾਲ ਧੰਦੇ ਬਣਾ ਲਏ ਕਿ ਇਸ ਕਰਮਕਾਂਡ ਕਰਨ ਵਾਲਿਆਂ ਨੂੰ ਇਹ ਕਹਿ ਦਿਓ, ਦੂਸਰੇ ਪੂਜਾ ਜੋ ਕਰਦੇ ਉਹਨਾਂ ਨੂੰ ਇਹ ਕਹਿ ਦਿਓ, ਤੀਸਰਿਆਂ ਨੂੰ ਇਹ ਕਹਿ ਦਿਓ। ਲੇਕਿਨ ਪਰਮਾਤਮਾ ਇੱਕ ਹੈ ਔਰ ਉਸ ਦੇ ਨੂਰ ਤੋਂ ਹੀ ਸਾਰਾ ਜਗ ਉਪਜਿਆ ਹੋਇਆ। ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਇੱਥੇ ਕੋਈ ਛੋਟਾ ਵੱਡਾ ਉੱਚਾ ਨੀਵਾਂ ਕੋਈ ਨਹੀਂ ਪੈਦਾ ਹੁੰਦਾ, ਸਿਰਫ ਜਿਹੜੇ ਸਾਡੇ ਮਨਮਤੇ ਲੋਕ ਉਹਨਾਂ ਨੇ ਹੀ ਸਾਰਾ ਕੁਝ ਬਣਾਇਆ ਹੋਇਆ। ਸੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਸ਼ਬਦ ਦੇ ਵਿੱਚ ਸਮਝਾਉਣ ਕਰਦੇ ਹੈ, ਸਤਿਯੁਗ ਸਤ ਤ੍ਰੇਤਾ ਜਗੀ ਦੁਆਪਰ ਪੂਜਾ ਚਾਰ। ਕਹਿੰਦੇ ਸਤਿਯੁਗ ਦੇ ਵਿੱਚ ਜੋ ਸਤ ਬੋਲਿਆ ਜਾਂਦਾ ਸੀ ਜਾਂ ਉਸ ਨੂੰ ਪੂਜਿਆ ਜਾਂਦਾ ਸੀਗਾ ਸਤ ਦੇ ਨਾਂ ਦੇ ਉੱਤੇ, ਕਿਉਂਕਿ ਤ੍ਰੇਤੇ ਦੇ ਵਿੱਚ ਯੱਗ ਕੀਤੇ ਜਾਂਦੇ ਸੀ, ਦੁਆਪਰ 'ਚ ਪੂਜਾ ਕੀਤੀ ਜਾਂਦੀ ਸੀ, ਤੇ ਸਤਿਯੁਗ ਦੇ ਵਿੱਚ ਸਤ ਦੇ ਨਾਂ ਦੇ ਉੱਤੇ ਜੋ ਕਰਮ ਕੀਤਾ ਜਾਂਦਾ ਸੀ। ਇਹ ਤਿੰਨਾਂ ਯੁੱਗਾਂ ਦੇ ਵਿੱਚ ਜੋ ਚੱਲ ਰਿਹਾ ਸੀ ਇਹ ਦ੍ਰਿੜ ਸੀਗਾ। ਇਹ ਤਿੰਨੋਂ ਆਪਣੇ ਆਪਣੇ ਦੇ ਵਿੱਚ ਪੱਕੇ ਸੀ ਤੇ ਕਲਯੁਗ ਦੇ ਵਿੱਚ ਕਹਿੰਦੇ ਨਾਮ ਦਾ ਆਧਾਰ ਹੈ। ਇਹ ਪੰਡਤ ਤੂੰ ਦੱਸ ਰਿਹਾ ਕਿ ਕਲਯੁਗ ਦੇ ਵਿੱਚ ਨਾਮ ਲੈਣਾ ਹੈ। ਇਹ ਜੋ ਤੁਸੀਂ ਕਹਿ ਰਹੇ ਹੋ ਪਾਰ ਕੈਸੇ ਪਾਏ ਬੋਲੇ, ਕਹਿੰਦੇ ਪਾਰ ਕਿਵੇਂ ਹੋਣਾ। ਇਹ ਜਿਹੜਾ ਭਵ ਸਾਗਰ ਹੈ ਇਹਨੂੰ ਪਾਰ ਕਿਵੇਂ ਕਰਨਾ। ਪਾਰ ਦਾ ਮਤਲਬ ਹੈ ਕਿ ਮੁਕਤ ਕਿਵੇਂ ਹੋਣਾ। ਮੋਸੋ ਕੋ ਨਾ ਸਮਝਾਏ, ਕਹਿੰਦੇ ਮੈਨੂੰ ਕੋਈ ਸਮਝਾਓ ਤਾਂ ਸਹੀ ਕਿ ਪਾਰ ਕਿੱਦਾਂ ਹੋਣਾ। ਤੁਸੀਂ ਤਾਂ ਜੋ ਕਹਿ ਰਹੇ ਹੋ ਕਿ ਪੂਜਾ ਕਰਨੀ ਹੈ, ਆਹ ਕਰਮ ਕਾਂਡ ਕਰਨੇ ਹੈ ਜਾਂ ਆਹ ਜੱਗ ਕਰਨਾ ਹੈ, ਇਹ ਤਾਂ ਹੈ ਹੀ ਨਹੀਂ। ਇਹਨਾਂ ਨਾਲ ਤਾਂ ਪਾਰ ਹੋ ਹੀ ਨਹੀਂ ਸਕਦਾ ਬੰਦਾ। ਜਾਤੇ ਆਵਾ ਗਵਨ ਬੁਲਾਏ, ਕਹਿੰਦੇ ਤੇ ਤੂੰ ਛੁੱਟਣਾ ਕਿੱਦਾਂ ਹੈ, ਆਉਣ ਜਾਣ ਦੇ ਚੱਕਰ ਤੋਂ ਬਚਣਾ ਕਿੱਦਾਂ। ਬੜਾ ਵੱਡਾ ਕੁਐਸਚਨ ਕਰ ਦਿੱਤਾ, ਬੜਾ ਵੱਡਾ ਪ੍ਰਸ਼ਨ ਖੜਾ ਕਰ ਦਿੱਤਾ ਕਿ ਤੁਸੀਂ ਜਿਹੜੇ ਚਾਰੇ ਯੁੱਗਾਂ ਦੇ ਬਾਰੇ ਚ ਦੱਸ ਰਹੇ ਆ ਪੰਡਤ ਜੀ, ਮੈਨੂੰ ਸਮਝਾਓ ਤਾਂ ਸਹੀ ਕਿ ਇਸ ਭਵ ਸਾਗਰ ਨੂੰ ਪਾਰ ਕਿਵੇਂ ਕਰਨਾ। ਫਿਰ ਜੇ ਇਹ ਕਰਮਕਾਂਡ ਕੀਤੇ ਪਾਰ ਹੋ ਸਕਦਾ ਤੇ ਫਿਰ ਤਾਂ ਕੋਈ ਜੋ ਤੁਸੀਂ ਕਹਿ ਰਹੇ ਆ ਮੇਰੇ ਮੁਤਾਬਕ ਇਹ ਗਲਤ ਹੈ। ਉਹਨਾਂ ਨੇ ਜੋ ਵੀ ਉਸ ਵੇਲੇ ਪ੍ਰਸ਼ਨ ਖੜੇ ਕੀਤੇ ਕਿ ਤੁਸੀਂ ਜੋ ਜੱਗ ਕਹਿੰਦੇ ਸੀ ਕਰਦੇ ਸੀ, ਜੱਗ ਦੇ ਵਿੱਚ ਜੋ ਵੀ ਹਵਨ ਕੁੰਡ ਹੁੰਦਾ ਸੀ, ਫਿਰ ਪੂਜਾ ਚੱਲ ਪਈ, ਕਰਮਕਾਂਡ ਚੱਲ ਪਿਆ, ਵੀ ਇਸ ਤਰੀਕੇ ਨਾਲ ਪੂਜਾ ਕਰਨੀ ਹੈ। ਹੁਣ ਕਹਿੰਦੇ ਨਾਮ ਦਾ ਤੁਸੀਂ ਦਾਰ ਕਹਿ ਰਹੇ। ਬਹੁਵਿਧ ਧਰਮ ਨਿਰੂਪੀਏ ਕਰਤਾ ਦਿਸੇ ਸਭ ਲੋਏ, ਕਹਿੰਦੇ ਵੱਖਰੇ ਵੱਖਰੇ ਧਰਮਾਂ ਤੇ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਦੁਨੀਆ ਸਾਰੀ ਮਨਾ ਰਹੀ ਹੈ। ਹਰ ਇੱਕ ਧਰਮ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਤੁਸੀਂ ਅਪਣਾਏ ਹੋਏ ਲੋਕਾਂ ਨੇ। ਕਬਨ ਕਰਮ ਤੇ ਛੁੱਟੀਏ ਜੈ ਸਾਧੇ ਸਭ ਸਿੱਧ ਹੋਏ, ਪਰ ਕਹਿੰਦੇ ਮੈਨੂੰ ਉਹ ਕਰਮ ਦੱਸੋ ਕਿਹੜਾ ਕਰਮ ਕੀਤਿਆਂ ਇਹ ਮੇਰਾ ਆਉਣ ਜਾਣ ਦਾ ਚੱਕਰ ਖਤਮ ਹੋ ਸਕਦਾ, ਮੈਂ ਸਫਲ ਹੋ ਸਕਦਾ, ਮੈਂ ਇਸ ਜੀਵਨ ਦੇ ਵਿੱਚੋਂ ਸਫਲ ਹੋ ਕੇ ਜਾ ਸਕਦਾ। ਉਹ ਮੈਨੂੰ ਤਰੀਕਾ ਦੱਸੋ। ਹਰ ਧਰਮ ਆਪਣੇ ਆਪਣੇ ਤਰੀਕੇ ਦੇ ਨਾਲ ਸਮਝਾ ਰਿਹਾ ਕਿਹੜਾ ਠੀਕ ਹੈ। ਸਾਰੀ ਦੁਨੀਆ ਕਰ ਰਹੀ ਹੈ,
सारी दुनिया दस रही है, पर कहते वो कर्म केड़ा है, वो केड़ा कर्म करना, किस तरीके ना करना, ताकि मेरा आउण जाण दे चक्कर जिहड़ा है खत्म हो जाए। कर्म अकर्म विचारीए शंका सुन वेद पुराण, कहते वेदां दे विच वखरे वखरे तरीके दे नाल किते कर्म कहते ये करना, दूसरा कहता ये वर्जित है, तीसरा कहता इदा करना, ये समझ नहीं लग रही, ये शंका पैदा कर रहे हैं। वेदां दे विच जो लिखिया होया उहदे मुताबिक केड़ा कर्म करना, केड़ा नहीं करना, ये तो शंका पैदा हो रहा है। ये तो विद्या शास्त्रां दे विच जो लिखिया होया भी आ खा लो, आ छड़ दिओ, आ इदा कर लो, पर मैनू तो वो कर्म दसो केड़ा किस तरीके जिहदे नाल आउण जाण दा चक्कर खत्म हो जाए, मुक्ति प्राप्त हो जाए, जीवन सफल हो जाए। संसार सद हिरदे बसे कौन हिरे बमान, कहते कर्म करन दे नाल तां होर शंका पैदा हो रही है, होर अपमान पैदा हो रहा है। किवें छुटांगे, मेरे मन का जिहड़ा शंका है, मेरे मन का अपमान जिहड़ा है, हंकार जिहड़ा है, वो किवें खत्म होवेगा, क्योंकि असीं तां कर्म जिहड़ा करके साडे विच होर उल्टा हंकार पैदा हो रहा कि तीर्थां ते चले जाओ, वो कहंदा मैं तीर्थ भरम कर लिया, मैं आ दान पूजा कर ली, आ मैं जग कर लिया। ये सारे लोक दिखावे दे काम जिहड़े है, इन्हां दे नाल तां मुक्ति प्राप्त नहीं हो सकती। ये तां उल्टा अपमान पैदा हो रहा, अपमान हंकार पैदा होके ये किद्दां खत्म होगा, मैनूं वो तां दसो। बाहर उदक पखारीए घट भीतर विविध विकार, कहते बाहर तो पानी लैके जो घट्टा होगा वो तो साफ हो जाऊगा, बाहरों नहा लिया तीर्थां ते जाके, पर अंदरले जिहड़े विकार आ वो किवें नहा के उतर सकते हैं। अंदरले विकार जिहड़े साडे आ, पाप जिहड़े आ जो साडे च कुरीतियां कर करके भरे हुए आ, जो साडे विषय विकारां दे विच असीं पाप कर बैठे हैं, वो किवें अंदरले पाप किद्दां लथणगे। बाहरला तो पानी दे नाल धो लवांगे तन नूं, अंदरले किवें होगे। शुद्ध कवन पर होए वो सुच कुंचर विद विहार, कहते इस तरीके दे नाल लग रहा कि मैं सुच्चा किवें होवां, तीर्थ ते नहा के जाके सुच्चा मेरा इस तरह का लग रहा जिवें जिहड़ा हाथी है वो कहते पहला नहा लैंदा फिर बाहर आके उपर घट्टा पा लैंदा। साडा भी उही हाल है, एक असीं काम करके हटते हैं, दूसरा उत्थों 10 पुट्ठे काम साडे च हंकार पैदा हो गया, अपमान हो गया, लोक दिखावा हो गया, कर्म कांड दे विच फस गए। ये इहो जे काम जिहड़े आ इहदे नाल तां शुद्ध असीं हो ही नहीं सकते कदी, क्योंकि अंदरले विकार तां साडे वो नाम दे नाल उतरने आ, क्योंकि जिहड़ा घट्टा साडे ते पैंदा ये तां धोता जा सकदा पानी नाल, पर जिहड़ी मन दी मैल है वो तां इस तरीके दे नाल तीर्थ नहान उतर नहीं सकदी। रवि प्रकाश रजनी जत्था गत जानत सब संसार, कहते सारी दुनिया जानदी हो कि जदों सूरज ने चढ़ना तो हनेरे ने अलोप हो जाना। ये तरीका जिहड़ा है सब नूं पता कि दिन ते रात उहदे बनाए हुए, एक ने रहना दूसरे नहीं रहना। सूरज प्रकाश होगा तो हनेरा खत्म हो जाएगा। परम परस पारस मानो तांबो शोए कनक होत नहीं मार, जदों कहंदे तांबे दा उन्नी देर तक अवगुण दूर नहीं हो सकता, उहदे विचों मैल दूर नहीं हो सकती जिन्नी देर तक उहदा जिहड़ा पारस नूं छूंदा नहीं गा। जिन्नी देर तक पारस नूं तांबा छूंदा नहीं उन्नी देर तक वो तांबे दा तांबा ही रहना, उच अवगुण ही रहना, उच खोट ही रहना, उन सोना नहीं बनना। इस करके पारस नूं छूना जिहड़ा ये बहुत ज़्यादा जरूरी है जेकर सोने नूं बनाउणा है। परम परस गुर भेटीए पूर्व लिखत ललाट, कहंदे जेकर कोई कर्म चंगा कीता होया तो सानू सतगुर जिहड़ा मिल जाऊगा। सतगुर रविदास महाराज समझा दे पूर्ण गुर मिल गया सानू तो वह सानू चंगे कर्म करके मिल जाऊगा। जे साडे कोई कर्म चंगे कीते हुए सानू पूर्ण गुरु मिल जाऊगा। उन मन 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 ही मिले छुटकत वज्र कपाट, फिर जदों कहंदे उन्होंने परमात्मा मिलदा किसी नूं पता नहीं लगता कित्थे मिलदा, मन दे विच मिलदा। मन दे जिहड़े कपाट खुल जांदे आ,
ਜਿਹੜੇ ਵਜਰ ਕਪਾਟ ਆ ਜਿਹੜੇ ਕਹਿੰਦੇ ਖੁੱਲਦੇ ਨਹੀਂ, ਉਹ ਸਾਰੇ ਦਰਵਾਜ਼ੇ ਖੁੱਲ ਜਾਂਦੇ ਫਿਰ, ਪਰ ਗੁਰੂ ਦੇ ਕਿਰਪਾ ਦੇ ਨਾਲ, ਗੁਰੂ ਦੇ ਦੱਸੇ ਹੋਏ ਮਾਰਗ ਦੇ ਨਾਲ। ਪਰ ਜੇਕਰ ਕੋਈ ਚੀਜ਼ ਕਿਸੇ ਨੂੰ ਮਿਲਦੀ ਹੈ ਤਾਂ ਦੂਸਰੇ ਨੂੰ ਪਤਾ ਲੱਗਦਾ, ਪਰ ਇੱਥੇ ਤਾਂ ਤੁਹਾਡੇ ਮੱਥੇ ਤੇ, ਬੰਦੇ ਦੇ ਮੱਥੇ ਤੇ ਨੂਰ ਆਉਂਦਾ, ਫਿਰ ਦੂਸਰੇ ਨੂੰ ਕਿਸੇ ਨੂੰ ਜੱਜ ਉਹੀ ਕਰ ਸਕਦਾ ਜਿਹੜਾ ਕੋਈ ਜੌਹਰੀ ਹੋਊਗਾ। ਕਿਉਂਕਿ ਮਨ ਦੇ ਅੰਦਰ ਹੀ, ਮਨ ਦੇ ਵਿੱਚ ਹੀ, ਮਨ ਦੇ ਉਹਦੇ ਵਿੱਚੋਂ ਮਨ ਦੇ ਜਿਹੜਾ ਖੋਟ ਨਿਕਲ ਕੇ ਐਸਾ ਪਾਰਸ ਮਿਲਣਾ ਕਿ ਸਾਰੇ ਦਾ ਸਾਰਾ ਜਿਹੜਾ ਅੰਦਰਲਾ ਵਿਕਾਰ ਹੈ ਖਤਮ ਹੋ ਜਾਣੇ। ਇਸ ਕਰਕੇ ਇਹ ਜਿਹੜੇ ਕਪਾਟ ਜਿਹੜੇ 10ਵੇਂ ਦੁਆਰ ਦੇ ਆ, ਇਹ ਤਾਂ ਹੀ ਖੁੱਲ੍ਹਦੇ ਆ, ਕਿਉਂਕਿ ਇਸੇ ਕਰਕੇ ਕਹਿੰਦੇ ਸੱਚਖੰਡ ਬਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਆਲ, ਵੇਖੇ ਵਿਕਸੇ ਕਰੇ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਕਰੜਾ ਮਤਲਬ ਕਿ ਲੋਹਾ ਚੱਬਣ ਦੇ ਬਰਾਬਰ ਹੈ। ਇਹੋ ਜਿਹਾ ਕਪਾਟ ਹੈ। ਇਹ ਕਪਾਟ ਉਦੋਂ ਹੀ ਖੁੱਲ੍ਹਣੇ ਦਰਵਾਜ਼ੇ ਜਦੋਂ ਉਸ ਦੀ ਮਿਹਰ ਹੋਊਗੀ, ਗੁਰੂ ਦਾ ਮਾਰਗ ਮਿਲੂਗਾ। ਸਾਡੇ ਜਨਮ ਕਿਤੇ ਪੂਰਬ ਦੇ ਵਿੱਚ ਕੋਈ ਚੰਗਾ ਕਰਮ ਕੀਤਾ ਤਾਂ ਹੀ ਸਾਨੂੰ ਪੂਰਨ ਜਿਹੜਾ ਗੁਰੂ ਮਿਲ ਸਕਦਾ। ਪੂਰਨ ਗੁਰੂ ਜਦੋਂ ਮਿਲ ਗਿਆ, ਸਾਨੂੰ ਮਾਰਗ ਜਿਹੜਾ ਉਹ ਦੱਸ ਦਿੱਤਾ, ਫਿਰ ਅਸੀਂ ਉਸ ਪਰਮਾਤਮਾ ਦੇ ਦਰਸ਼ਨ ਦੀਦਾਰ ਕਰਕੇ ਜੀਵਨ ਸਫਲ ਕਰ ਸਕਦੇ। ਭਗਤ ਜੁਗਤ ਸਤ ਮਤ ਕਰੇ, ਭਰਮ ਬੰਧਨ ਕਾਟ ਬਿਕਾਰ। ਜਿਹੜੇ ਫਿਰ ਕਹਿੰਦੇ ਭਰਮਾਂ ਦੇ ਬੰਧਨ ਪਏ ਸੀ, ਭਗਤੀ ਦੇ ਨਾਲ, ਐਸੀ ਜੁਗਤ ਦੇ ਨਾਲ, ਐਸੀ ਸੁੱਚ ਬੁੱਧੀ ਮਿਲੀ, ਜਿਹੜੇ ਭਰਮ ਪਏ ਸੀ ਕਿ ਇਹ ਦੁਨੀਆ ਸੱਚੀ ਹੈ, ਇਹ ਮੋਹ ਮਾਇਆ ਹੈ, ਇਹਨੂੰ ਕਿੱਦਾਂ ਤਿਆਗਣਾ ਹੈ, ਇਹ ਸਾਰੇ ਦੇ ਸਾਰੇ ਬੇਕਾਰ ਜਿਹੜੇ ਹੈ ਉਹ ਕੱਟਣ ਦਾ ਪਤਾ ਲੱਗ ਜਾਂਦਾ ਫਿਰ ਕਿ ਇੱਥੇ ਕੋਈ ਵੀ ਤੇਰਾ ਨਹੀਂ, ਇੱਕੋ ਹੀ ਤੇਰਾ ਹੈ। ਤੇਰਾ ਨਾਮ ਜਿਹੜਾ ਸੱਚਾ ਪਰਮਾਤਮਾ ਦਾ, ਉਹੀ ਤੇਰਾ ਬੇਲੀ ਹੈ, ਬਾਕੀ ਕੋਈ ਤੇਰਾ ਇੱਥੇ ਕੋਈ ਨਹੀਂ ਹੈ। ਇਹ ਗੁਰੂ ਦੀ ਕਿਰਪਾ ਦੇ ਨਾਲ ਐਸੀ ਮਤ ਜਾਗਦੀ ਹੈ, ਐਸੀ ਭਗਤੀ ਦੇ ਨਾਲ ਸਾਡੀ ਮਤ ਜਿਹੜੀ ਉੱਚੀ ਹੁੰਦੀ ਹੈ, ਕਿਉਂਕਿ ਭਗਤੀ ਦੇ ਨਾਲ ਹੀ ਸਾਡੇ ਵਿੱਚ ਉਹ ਮਤ ਜਾਗਣੀ ਹੈ। ਕਿਉਂਕਿ ਉੱਥੇ ਘੜਦੇ ਅਸੀਂ, ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਇਹ ਚੀਜ਼ਾਂ ਘੜੀਆਂ ਜਾਂਦੀਆਂ, ਫਿਰ ਤਰਾਸ਼ੀਆਂ ਜਾਂਦੀਆਂ, ਫਿਰ ਬੰਦੇ ਨੂੰ ਪਤਾ ਲੱਗਦਾ ਕਿ ਭਗਤੀ ਦੇ ਨਾਲ ਕੀ ਕੀ ਤਰਾਸ਼ਣਾ ਅਸੀਂ, ਕੀ ਕੀ ਕਰਨਾ। ਜਿੱਥੇ ਘੜੀਏ ਸੂਰਾਂ ਸਿੱਧਾ ਕੀ ਸੁਧ, ਉੱਥੇ ਸਾਡੀ ਫਿਰ ਮਤ ਜਿਹੜੀ ਹੈ ਇੰਨੀ ਉੱਚੀ ਹੋ ਜਾਂਦੀ ਹੈ ਕਿ ਸਾਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਕਿ ਇੱਥੇ ਗਲਤ ਕੀ ਹੈ ਤੇ ਠੀਕ ਕੀ ਹੈ, ਸੱਚ ਦਾ ਮਾਰਗ ਕੀ ਹੈ। ਸੋਈ ਬਸ ਰਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ। ਫਿਰ ਕਹਿੰਦੇ ਜੋ ਨਿਰਗੁਣ ਦੇ ਵਿੱਚ ਸਾਨੂੰ ਗੁਣਾਂ ਦਾ ਪਤਾ ਹੈ, ਅਸੀਂ ਉਹ ਜਿਹੜੇ ਇੱਕ ਵਿਚਾਰ ਦੇ ਨਾਲ ਉਸ ਪਰਮਾਤਮਾ ਦੇ ਦਿੱਤੀ ਹੋਈ ਜਿਹੜੀ ਮੱਤ ਆ ਸਾਨੂੰ, ਉਹਦੇ ਨਾਲ ਫਿਰ ਸਾਨੂੰ ਉਹ ਰਸ ਜਿਹੜਾ ਹੈ ਮਨ ਦੇ ਅੰਦਰ ਹੀ, ਸਰੀਰ ਦੇ ਅੰਦਰ ਹੀ ਸਾਨੂੰ ਉਹ ਮਿਲਣਾ ਸ਼ੁਰੂ ਹੋ ਜਾਂਦਾ। ਉਹ ਐਸਾ ਰਸ ਅੰਮ੍ਰਿਤ ਦਾ ਮਿਲਦਾ ਕਿ ਸਾਡੇ ਵਿੱਚ ਸਾਰੇ ਜਿਹੜੇ ਨਿਰਗੁਣ ਦੀ ਦਿੱਤੀ ਹੋਈ ਕਿਰਪਾ ਹੈ, ਸੂਖਮ ਜੋ ਹੈ ਸ਼ਕਤੀ, ਉਹ ਸਾਨੂੰ ਪਤਾ ਲੱਗ ਜਾਂਦੀ ਹੈ। ਅੰਦਰ ਸਾਡੇ ਵਿਚਾਰ ਇਹੋ ਜਿਹੇ ਪੈਦਾ ਹੋ ਜਾਂਦੇ ਹੈ ਕਿ ਸਾਡੇ ਵਿੱਚ ਗੁਣ ਜਿਹੜੇ ਹੈ ਉਹ ਪੈਦਾ ਹੋ ਜਾਂਦੇ ਹੈ, ਕਿਉਂਕਿ ਅਸੀਂ ਭਗਤੀ ਦੇ ਨਾਲ ਹੀ ਸਾਰਾ ਕੁਛ, ਸਾਡੀ ਮਤ ਜਿਹੜੀ ਹੈ, ਸਾਡਾ ਮਨ ਜਿਹੜਾ, ਸਾਡੀ ਸੁਰਤ ਜਿਹੜੀ ਹੈ, ਉਹ ਇੱਕ ਵਿਚਾਰ ਬਣ ਜਾਂਦਾ ਫਿਰ ਕਿ ਕਿਸ ਤਰੀਕੇ ਦੇ ਨਾਲ ਉਸ ਪਰਮਾਤਮਾ ਦਾ ਜਿਹੜਾ ਮਾਰਗ ਹੈ ਉਸ 'ਤੇ ਚੱਲਦੇ ਹੋਏ ਅਸੀਂ ਇਸ ਨੂੰ ਕਾਮਯਾਬ ਹੋਣਾ। ਇਸ ਕਰਕੇ ਇਹ ਜਿਹੜੀ ਭਗਤੀ ਹੈ ਇਹ ਸਭ ਤੋਂ ਇਹ ਤਾਂ ਹੀ ਹੁੰਦੀ ਹੈ ਜੇਕਰ ਗੁਰੂ ਦੀ ਕਿਰਪਾ ਹੋਵੇ। ਭਗਤ ਜੁਗਤ ਸਤ ਮਤ ਕਰੀ, ਭ੍ਰਮ ਬੰਧਨ ਕਾਟ ਬਿਕਾਰ। ਸੋਈ ਬਸ ਰਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ। ਅਨੇਕ ਯਤਨ ਨਿਗ੍ਰਹਿ ਕੀਏ, ਟਾਰੀ ਨਾ ਟਰੇ ਭ੍ਰਮ ਫਾਸ। ਕਹਿੰਦੇ ਬਹੁਤ ਯਤਨ ਕੀਤੇ, ਪਰ ਜਿਹੜੀ ਭ੍ਰਮ ਦੀ ਡੋਰ ਸੀ ਇਹ ਟੁੱਟਦੀ ਨਹੀਂ ਸੀ, ਟੁੱਟ ਨਹੀਂ ਰਹੀ। ਐਸਾ ਭਰਮ ਪਿਆ ਦੁਨੀਆ ਤੇ, ਆਹ ਚੀਜ਼ ਮੇਰੀ ਹੈ, ਆਹ ਮੇਰੀ ਹੈ, ਆਹ ਹੈ। ਇਹ ਦੁਨੀਆ ਜਿਹੜੀ ਹੈ ਭਰਮ ਦੇ ਵਿੱਚ ਪਈ ਹੋਈ ਹੈ। ਧੀਆਂ ਪੁੱਤਰਾਂ, ਜਾਇਦਾਦ, ਮਾਂ ਬਾਪ, ਰਿਸ਼ਤੇਦਾਰ, ਕੁਟੁੰਬ, ਜੋ ਵੀ ਹੈ ਇਹ ਸਾਰਾ ਭਰਮ ਦਾ ਚੱਕਰ ਪਿਆ ਹੋਇਆ। ਪ੍ਰੇਮ ਭਗਤੀ ਨਹੀਂ ਉਪਜੇ ਤਾਤੇ ਰਵਿਦਾਸ ਉਦਾਸ। ਸਤਿਗੁਰ ਰਵਿਦਾਸ ਮਹਾਰਾਜ ਜੀ ਕਹਿ ਰਹੇ ਹੈ, ਜਿੰਨੀ ਦੇਰ ਭਗਤੀ ਪ੍ਰੇਮ ਦੀ ਨਹੀਂ ਉਪਜਦੀ, ਉਨੀ ਦੇਰ ਤੱਕ
मैं जिहड़ा है इसे करके दुनिया तो उदास हाँ। दुनिया जिहड़ी है वो मैनू जिन्नी देर तक दुनिया तो उदास नहीं बंदा हो जाता, ये दुनिया नू अपना समझ के बैठा रहिंदा। ये तो उपराम एक बारी होना पैना, तां ही जाके असली जिहड़ी मार्ग आ वो सानू पता लग सकदा। सो सतगुरु रविदास महाराज दे इस शब्द तो कि सारा कुछ उन्होंने ये विच दस्या कि इस तरह हो सकता है, तो इसनों अपनाते हुए कि असी कर्मकांड तो बचीए, असली अपने अंदरले जिहड़े बेकार आ उन्होंने खत्म करिए, काम क्रोध लोभ मोह हंकार नूं मारिए, इच्छावां नूं खत्म करिए, भरम जिहड़ा दुनिया का मोह माया का है इनू छड्डिए, फिर जाके साडा जीवन का जिहड़ा मार्ग है वो सफल हो सकता। नहीं तो वेदां शास्त्रां नूं पढ़ पढ़ के जिन्ना मर्जी कर लईए कुछ नहीं बन सकता जिन्नी देर तक असी अमल दे विच नहीं लियाउंदे, क्योंकि बहुत ज्ञान दीयां गल्लां लिखियां होईयां हैं, लेकिन उन्हों करना किवें है, वो किवें होऊगा, वो सारा कुछ सतगुरु रविदास महाराज जी ने दस्सण की कोशिश की है। और उस वेले उन्होंने शब्द दे विच जो समझाया है, इस शब्द के राही जो समझाया है, सानू ये समझण की लोड़ है कि कर्म कांडां दे नाल भेखां दे नाल कुछ भी नहीं बन सकता। ये जिहड़ा समा है पहला भी इहो ही सी, अज भी इहो ही है। पहला भी पंज तत्त का बंदा सी, अज भी पंज तत्त का उहो ही सूरज है, उहो ही हवा है, उहो ही पानी है। लेकिन जिन्नी देर तक किरपा नहीं गुरु की हुंदी उन्नी देर तक साडे बेकार दूर नहीं हो सकते। जिमें तांबे नूं पारस दे नाल छोण तो बिना वो पवित्र असीं उन्होंने प्योर नहीं कह सकते, उन्नी देर तक साडे भी बेकार दूर नहीं हो सकते जिन्नी देर तक सानू परम गुरु सतगुरु कोई पूरा मिल नहीं जाता, जो सानू मार्ग इहो जिहा दिखावे जिहड़ा सच दा मार्ग है, उसदे ते असीं चल के अपने जीवन नूं सफल करिए। सो इस शब्द दे राही सतगुरु रविदास महाराज की दिती हुई सिक्ख्या दे राही अपने जीवन नूं सफल करने लई जीवन नूं चाहिदा है कि अपने जीवन दे विच इहनूं टाल के इस सिक्ख्या नूं आने वाले समय दे विच अभ्यास करे। सो इस शब्द नूं पढ़दे बहुत गलतियां होईयां होणगियां, उचारण वेले गलतियां होईयां होणगियां, गुरु महाराज जी आप माफ़ करने वाले है। आप अगे तो शुद्ध बने बल पढ़न का बल बख्शन, उचारण का बल बख्शन, शुद्ध बुद्धि देन, ताकि आने वाले समय दे विच भाव अर्थ जिहड़े कीते जा सकन। क्योंकि भाव अर्थ जिन्नी देर तक बाणी दे नहीं समझ लगते, जीव जिहड़ा है उन्नी देर तक इस ते चल नहीं सकता। मार्ग जो उन्होंने समझाया होया है उस मार्ग ते चलण लई बुद्ध भी उन्होंने ही देनी है। उन्होंने हथ वसी है गुण तेरे मैं ना ही कोई, बिन गुण कीते भगति ना होए। ये सब उन्होंने कृपा है। सो आओ गुरु महाराज के चरणों के विच अरदास बेनती अर्जोई करते हुए फतेह बुलाइए। वाहिगुरू जी का खालसा, वाहिगुरू जी की फतेह।